ਚੜ੍ਹਦਾ ਸੂਰਜ, ਚੜ੍ਹਦਾ ਸੂਰਜ, ਚੜ੍ਹਦਾ ਸੂਰਜ। ਨਮਸਕਾਰ। ਅੱਜ ਦਾ ਦਿਹਾੜਾ ਤੁਹਾਡਾ ਬਹੁਤ ਸੋਹਣਾ ਜਾਵੇ, ਬਹੁਤ ਸੁਖੀ ਜੀਵਨ ਲਵੋ ਤੁਸੀਂ, ਅਜਿਹੀ ਮੇਰੀ ਮੰਗਲ ਕਾਮਨਾ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨ, ਅਜਿਹੀ ਮੇਰੀ ਪ੍ਰਾਰਥਨਾ। ਪ੍ਰਾਰਥਨਾ ਯੁਕਤ ਹੋ ਫਰਿਆਦ ਕਰਦਾ, ਗ੍ਰਹਿਆਂ ਦੀ ਚਾਲ ਵੱਲ ਤੱਕਦੇ ਰਹੋ। ਗ੍ਰਹਿ ਆਪਾਂ ਨੂੰ ਨਿਰੰਤਰ ਪ੍ਰਭਾਵਿਤ ਕਰਦੇ ਆ ਰਹੇ। ਇਹਨਾਂ ਦਾ ਪ੍ਰਭਾਵ ਬਹੁਤ ਅਨੂਠਾ ਹੈ, ਇਹਨਾਂ ਦੀ ਸ਼ਾਨ ਬਹੁਤ ਅਨੂਠੀ ਹੈ, ਇਹਨਾਂ ਦੀ ਤਾਕਤ ਬਹੁਤ ਅਨੂਠੀ ਹੈ। ਗ੍ਰਹਿ ਆਪਣੇ ਸੁਭਾਅ ਮੁਤਾਬਕ ਤੁਹਾਡੇ ਤੇ ਬਰਸਾਤ ਕਰਦੇ ਹਨ। ਕਾਦੀ? ਕਦੇ ਕੜਵਾਹਟ ਦੀ, ਕਦੇ ਸਜਾਵਟ ਦੀ, ਕਦੇ ਯੋਗ ਦੀ, ਕਦੇ ਤੱਤਵ ਦੀ, ਕਦੇ ਵਿਧੀ ਦੀ, ਕਦੇ ਸੁੰਦਰਤਾ ਦੀ। ਚੰਦਰਮਾ ਆਪਣੀਆਂ ਕਿਰਨਾਂ ਬਖੇਰਦਾ ਤੁਹਾਡੇ ਤੇ। ਮੰਗਲ ਤੁਹਾਡੇ ਤੇ ਲਾਲੀਮਾ ਦਾ ਕੰਮ ਕਰਦਾ ਹੈ। ਲਾਲੀਮਾ ਕਿੰਨਾਂ ਦੇ ਚਿਹਰੇ ਬੜੇ ਦਮਕਦੇ ਹੁੰਦੇ। ਮੰਗਲ ਮਿਹਰਬਾਨ ਹੁੰਦੇ ਹਨ ਉਹਨਾਂ ਤੇ। ਬੁੱਧ ਜਾਤਕ ਦੇ ਜੀਵਨ ਵਿੱਚ ਰਾਗ ਪੈਦਾ ਕਰਦਾ ਹੈ। ਆਵਾਜ਼, ਸਵਰ ਸੁੰਦਰ ਸੁਰੀਲੀ ਬੁੱਧ ਦਾ ਕੰਮ ਹੈ। ਗੁਰੂ ਤਾਂ ਕਿਰਪਾ ਦੀ ਬਰਸਾਤ ਕਰਦੇ ਹਨ। ਸ਼ੁਕਰ ਸੁੰਦਰਤਾ ਦੀ ਬਰਸਾਤ, ਸ਼ਨੀ ਨਿਮਰਤਾ ਦੀ ਬਰਸਾਤ। ਕਰਮ ਯੋਗੀ ਬਣਾ ਦਿੰਦੇ ਇਨਸਾਨ ਨੂੰ। ਮੈਂ ਇਹਨਾਂ ਗ੍ਰਹਿਆਂ ਦੀ ਤਾਂ ਗੱਲ ਕੀਤੀ, ਪਰ ਮੈਂ ਛਾਇਆ ਗ੍ਰਹਿ ਰਾਹੂ ਤੇ ਕੇਤੂ ਦੀ ਗੱਲ ਨਹੀਂ ਕੀਤੀ। ਮੈਂ ਕਰਨੀ ਚਾਹਾਂਗਾ। ਰਾਹੂ ਤੇ ਕੇਤੂ ਦੀ ਛਾਂ ਪੈ ਜਾਵੇ ਤਾਂ ਇਨਸਾਨ ਨੂੰ ਕਿਸੇ ਹੋਰ ਹੀ ਗੱਲਾਂ ਵਿੱਚ ਉਲਝਾ ਲੈਂਦਾ ਹੈ। ਹੋਰ ਹੀ ਗੱਲਾਂ ਵਿੱਚ ਉਲਝਾ ਲੈਂਦਾ ਕੇਤੂ। ਸ਼ੜਯੰਤਰ ਪੈਦਾ ਕਰਵਾ ਦਿੰਦਾ ਹੈ, ਸ਼ੜਯੰਤਰ ਧਾਰੀ ਬਣਾ ਦਿੰਦਾ ਹੈ। ਇਨਸਾਨ ਐਵੇਂ ਹੀ ਮਾਪਣ ਲੱਗ ਪੈਂਦਾ ਹੈ ਇੰਚ ਜਗ੍ਹਾ ਨੂੰ। ਤੇ ਰਾਹੂ ਲੜਾਈ ਝਗੜੇ ਕਲੇਸ਼ਾਂ ਦਾ ਕਾਰਕ। ਹਰ ਇੱਕ ਵਾਸਤੇ ਨਹੀਂ। ਜਿਨ੍ਹਾਂ ਜਨਮ ਕੁੰਡਲੀਆਂ ਦੇ ਵਿੱਚ ਰਾਹੂ ਤੀਜੇ 6ਵੇਂ 11ਵੇਂ ਘਰ ਵਿੱਚ ਪਿਆ ਹੋਵੇ, ਕੇਤੂ ਵੀ ਤੀਜੇ 6ਵੇਂ 11ਵੇਂ ਘਰ ਵਿੱਚ ਪਿਆ ਹੋਵੇ, ਆਨੰਦਿਤ ਜੀਵਨ। ਆਨੰਦਿਤ ਜੀਵਨ। ਪਰ ਮੈਂ ਕੀ ਆਖਣਾ ਚਾਹਾਂਗਾ, ਮੈਂ ਇਸ ਲਈ ਇਹ ਸਾਰਾ ਕੁਝ ਦੱਸ ਰਿਹਾ। ਤੁਸੀਂ ਇਹਨਾਂ ਗ੍ਰਹਿਆਂ ਦੇ ਪ੍ਰਤੀ ਆਪਣੇ ਸਵਰੂਪ ਨੂੰ ਉੰਡੇਰ ਦਿਓ। ਫਿਰ ਵੇਖੋ ਤੁਹਾਡੀ ਜ਼ਿੰਦਗੀ ਦੇ ਨਜ਼ਾਰੇ। ਤੁਹਾਡੀ ਜ਼ਿੰਦਗੀ ਕਿੱਧਰ ਨੂੰ ਜਾਂਦੀ ਹੈ। ਉਸ ਰਸਤੇ ਜਾਹੂ ਜਿੱਥੇ ਬਗੀਚੇ ਹੀ ਬਗੀਚੇ, ਫੁੱਲਾਂ ਦੇ ਬਗੀਚੇ, ਸੁਗੰਧ ਦੇ ਬਗੀਚੇ, ਖੁਸ਼ਬੂ ਦੇ ਬਗੀਚੇ। ਤੁਹਾਨੂੰ ਪਤਾ ਹੈ, ਇਹ ਫੁੱਲ ਕਈ ਵਾਰ ਰਾਗ ਗਾਉਣ ਲੱਗ ਪੈਂਦੇ ਹਨ। ਫੁੱਲਾਂ ਦੇ ਬਗੀਚੇ ਦੇ ਕੋਲ ਰੋਜ਼ ਤੁਸੀਂ ਬੈਠ ਕੇ ਧੁਨੀ, ਕਿਸੇ ਚੀਜ਼ ਦੀ ਵੀ ਧੁਨੀ ਕੱਢੋ, ਚਾਹੇ ਬੰਸੁਰੀ ਦੀ, ਕਿਸੇ ਰਾਗ ਦੇ ਰਾਹੀਂ। ਜਿਹੜਾ ਗੀਤ ਗਾਓਗੇ, ਫੁੱਲ ਉਸੇ ਤਰ੍ਹਾਂ ਆਪਣੇ ਆਪ ਨੂੰ ਟੇਢਾ ਮੇਢਾ ਕਰ ਲੈਣਗੇ।
ਤੁਸੀਂ ਸੋਚਦੇ ਹੋਵੋਗੇ ਮੈਂ ਇਹ ਗੱਲ ਕੀ ਕਰ ਰਿਹਾ, ਮੈਂ ਇਹ ਗੱਲ ਪਤੇ ਦੀ ਕਰ ਰਿਹਾ ਤੇ 100% ਠੀਕ ਕਰ ਰਿਹਾ, ਦਾਅਵੇ ਨਾਲ ਕਰ ਰਿਹਾ। ਤੁਸੀਂ ਕਰਕੇ ਵੇਖੋ ਆਪਣੇ ਬਗੀਚੇ ਵਿੱਚ। ਇਸ ਲਈ ਜੇ ਫੁੱਲਾਂ ਤੇ ਇਹ ਗੱਲ ਲਾਗੂ ਹੁੰਦੀ ਹੈ ਤੇ ਆਪਣੇ ਧਿਆਨ ਤੇ ਕਿਉਂ ਨਹੀਂ ਹੋਊ। ਆਪਾਂ ਧਿਆਨ ਵਿੱਚ ਉਸ ਈਸ਼ਵਰ ਦਾ ਇੱਕ ਅਲੱਗ ਨਜ਼ਾਰਾ ਲੈਣ ਦਾ ਪ੍ਰਯਾਸ ਕਰੀਏ। ਆਪਣੇ ਭਜਨ ਨੂੰ, ਬੰਦਗੀ ਨੂੰ, ਪ੍ਰਾਰਥਨਾ ਨੂੰ ਗਾ ਕੇ ਬੋਲੀਏ। ਜਿਸ ਤਰੀਕੇ ਨਾਲ ਬੋਲਾਂਗੇ ਉਸੇ ਤਰ੍ਹਾਂ ਉਸ ਈਸ਼ਵਰ ਦੀ ਕਿਰਪਾ ਦੀ ਬਰਸਾਤ ਤੁਹਾਨੂੰ ਨਜ਼ਰ ਆਵੇਗੀ। ਪਰਮ ਸੁਖੀ ਹੋ ਜਾਵੋਗੇ ਤੁਸੀਂ। ਮੈਂ ਤੁਹਾਨੂੰ ਆਉਣ ਵਾਲੇ ਵਰੇ ਦੀ ਗੱਲ ਕਰ ਰਿਹਾ। ਮੈਂ ਆਉਣ ਵਾਲੇ ਵਰੇ ਦੀ ਗੱਲ ਕਿਉਂ ਕਰ ਰਿਹਾ? ਤੁਸੀਂ ਅਲੱਗ-ਅਲੱਗ ਚੈਨਲਸ ਤੇ ਅਲੱਗ-ਅਲੱਗ ਪ੍ਰੈਡਿਕਸ਼ਨਸ ਵੇਖ ਰਹੇ ਹੋਵੋਗੇ ਸੰਨ 2021 ਵਿੱਚ ਕੀ ਹੋਣ ਵਾਲਾ ਹੈ। ਪਰ ਮੈਂ ਕਮਲਦੇਵ ਇੱਕ ਸਮੂਹਿਕ ਪ੍ਰਾਰਥਨਾ ਦੇ ਨਾਲ ਤੁਹਾਨੂੰ ਉਸੇ ਬੰਧਨ ਵਿੱਚ ਬੰਧਨ ਦਾ ਪ੍ਰਯਾਸ ਕਰ ਰਿਹਾ, ਕਿਉਂਕਿ ਮੈਨੂੰ ਸੰਨ 2021 ਧੁੰਦਲਾ ਨਜ਼ਰ ਆ ਰਿਹਾ ਹੈ। ਗ੍ਰਹਿਾਂ ਦੇ ਆਧਾਰ ਤੇ ਧੁੰਦਲਾ ਨਜ਼ਰ ਆ ਰਿਹਾ ਹੈ। ਮੈਨੂੰ ਉਸ ਦੇ ਸੰਮਤ ਦੇ ਨਾਮ, ਰਾਖਸ਼ਸ ਸੰਮਤ ਦੇ ਨਾਮ ਤੇ ਹੀ ਧੁੰਦਲਾ ਨਜ਼ਰ ਆ ਰਿਹਾ ਹੈ। ਮੈਨੂੰ ਉਸ ਗ੍ਰਹਿ ਜਿਹੜਾ ਇਸ ਵਰੇ ਦਾ ਰਾਜਾ ਹੈ ਆਉਣ ਵਾਲੇ ਤੇ ਮੰਤਰੀ ਵੀ ਉਹੀ, ਉਸ ਦੇ ਸੁਭਾਅ ਤੋਂ ਵੀ ਧੁੰਦਲਾ ਨਜ਼ਰ ਆ ਰਿਹਾ ਹੈ। ਗੱਲ ਸਮਝਣ ਤੇ ਸਵੀਕਾਰ ਕਰਨ ਦੀ ਹੈ। ਚਾਹਤ ਤਾਂ ਮੇਰੀ ਵੀ ਹੈ, ਆਪਾਂ ਸਾਰੇ ਸੁਖੀ ਰਹੀਏ। ਖੁਆਇਸ਼ ਤੇ ਪ੍ਰਾਰਥਨਾ ਕੀ ਹੈ? ਆਉਣ ਵਾਲੇ ਵਰੇ ਦਾ ਆਪਾਂ ਸਾਰੇ ਆਨੰਦ ਲੈ ਸਕੀਏ। ਵਰਾ 2021 ਆਪਣੇ ਵਾਸਤੇ ਖੁਸ਼ਬੂ ਭਰਿਆ ਹੋਵੇ, ਸੁਗੰਧ ਭਰਿਆ ਹੋਵੇ, ਮਿਹਰਬਾਨ ਹੋਵੇ। ਜਿੰਨੀਆਂ ਤਕਲੀਫਾਂ ਆਪਾਂ ਇਸ ਚਲਦੇ ਸਾਲ ਵਿੱਚ ਵੇਖੀਆਂ ਪਰੇ ਹਟ ਜਾਣ, ਆਪਣੇ ਰਸਤੇ ਲੈ ਲੈਣ। ਪ੍ਰਾਰਥਨਾ ਪ੍ਰਾਰਥਨਾ ਪ੍ਰਾਰਥਨਾ, ਪੁਰਜੋਰ ਪ੍ਰਾਰਥਨਾ ਈਸ਼ਵਰ ਅੱਗੇ। ਤੁਰੇ ਤਾਂ ਆਪਾਂ ਫਿਰਦੇ ਹਾਂ, ਆਪਾਂ ਸਾਰੇ ਹੀ ਚੱਲ ਰਹੇ ਹਾਂ, ਕੰਮ ਕਰ ਰਹੇ ਹਾਂ, ਖਾ ਰਹੇ ਹਾਂ, ਪੀ ਰਹੇ ਹਾਂ, ਜ਼ਿੰਦਗੀ ਦੇ ਸੰਬੰਧਿਤ ਕੰਮ ਕਰ ਰਹੇ ਹਾਂ, ਪਰ ਅੰਦਰੋਂ ਦੁਖੀ ਹਾਂ। ਕੋਈ ਸੱਜਣ ਇਹ ਨਹੀਂ ਕਹਿ ਸਕਦਾ ਕਿ ਇਸ ਵਰੇ ਨੇ ਉਹਨੂੰ ਠੋਕਰ ਨਹੀਂ ਮਾਰੀ। ਜਿਹੜਾ ਚੱਲ ਰਿਹਾ ਹੈ, ਬਸ ਚੱਲ ਰਿਹਾ ਭਲਾ ਆਪਣੇ ਨਾਲ ਹੀ ਠੋਕਰਾਂ ਰੋੜ ਕੇ ਲੈ ਜਾਵੇ। ਅਜਿਹੀ ਪ੍ਰਾਰਥਨਾ ਦੇ ਨਾਲ ਤੁਹਾਨੂੰ ਜੋੜ ਦੇਣਾ ਚਾਹੁੰਦਾ ਹਾਂ। ਅਜਿਹੀ ਪ੍ਰਾਰਥਨਾ ਦੇ ਨਾਲ ਮੈਂ ਜੋੜ ਦੇਣਾ ਚਾਹੁੰਦਾ ਹਾਂ। ਆਉਣ ਵਾਲੀ ਸੰਮਤ ਦਾ ਰਾਜਾ ਮੰਗਲ ਹੈ ਤੇ ਮੰਤਰੀ ਵੀ ਮੰਗਲ। ਗਰਮ ਗ੍ਰਹਿ, ਕਰੂਰ, ਅੰਗਾਰੇ ਭਰਾਉਣ ਵਾਲੇ। ਧਿਆਨ ਰੱਖਣਾ ਪਊ। ਭੈਭੀਤ, ਇੱਕ ਅਲੱਗ ਅਵਸਥਾ ਵਿੱਚ ਖੜਾ ਕਰਨ ਵਾਲੇ ਇਹ ਗ੍ਰਹਿ ਆਉਣ ਵਾਲੇ ਵਰੇ ਦੇ ਰਾਜਾ ਬਣ ਰਹੇ ਹਨ। ਮੰਤਰੀ ਵੀ ਉਹਨਾਂ ਕੋਲ, ਰਾਜਾ ਤੇ ਮੰਤਰੀ ਦਾ ਦੋਨਾਂ ਦਾ ਪਦ ਭਾਰ ਉਹਨਾਂ ਕੋਲ ਹੈ। ਤੇ ਸਾਲ ਦੀ ਸ਼ੁਰੂਆਤ ਚਤੁਰਗ੍ਰਹੀ ਤੇ ਪੰਚਗ੍ਰਹੀ ਯੋਗ ਤੋਂ ਹੋ ਰਹੀ ਹੈ। ਪਹਿਲੇ 3 ਮਹੀਨੇ ਦਾ ਸਮਾਂ ਚਤੁਰਗ੍ਰਹੀ ਪੰਚਗ੍ਰਹੀ ਯੋਗਾਂ ਦੇ ਵਿੱਚ। ਤੁਸੀਂ ਵਿਚਾਰੋ, ਆਪਸੀ ਟਕਰਾਵ ਦੇ ਇਹ ਗ੍ਰਹਿ ਇਕੱਠੇ ਹੋ ਕੇ ਕੀ ਕਰਨਾ ਇਹਨਾਂ ਨੇ? ਇਹ ਕਿਵੇਂ ਸ਼ਾਂਤੀ ਦੇ ਦੇਣਗੇ? ਨਹੀਂ ਦੇ ਸਕਣਗੇ, ਨਹੀਂ ਦੇ ਸਕਣਗੇ ਸ਼ਾਂਤੀ। ਪਰ ਪ੍ਰਾਰਥਨਾ ਦਾ ਸਹਾਰਾ ਲੈਣਾ ਆਪਾਂ।
शांति लेनी है, खोनी है शांति इन्हां तो, परम सुखी हो जावांगे। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰੇ, ਅਜਿਹੀ ਮੇਰੀ ਪ੍ਰਾਰਥਨਾ। ਪ੍ਰਾਰਥਨਾ ਯੁਕਤ ਹੋ ਫਰਿਆਦ ਕਰਦਾ, ਗ੍ਰਹਿਾਂ ਦੀ ਚਾਲ ਵੱਲ ਤੱਕਦੇ ਰਹੋ। ਗ੍ਰਹਿ ਆਪਾਂ ਨੂੰ ਨਿਰੰਤਰ ਪ੍ਰਭਾਵਿਤ ਕਰਦੇ, ਨਿਰੰਤਰ ਪ੍ਰਭਾਵਿਤ ਕਰਦੇ ਗ੍ਰਹਿ ਆਪਾਂ ਨੂੰ। ਇਹਨਾਂ ਦਾ ਪ੍ਰਭਾਵ ਅਨੂਠਾ ਹੈ, ਇਹਨਾਂ ਦੀ ਸ਼ਾਨ ਅਨੂਠੀ ਹੈ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਦਾ ਇਹ ਵਰਾ ਵਰਸ਼ੇਸ਼ ਸ਼ੁੱਕਰ ਗ੍ਰਹਿ ਦੇ ਥੱਲੇ ਜਾਣ ਵਾਲਾ ਹੈ। ਭੌਤਿਕ ਸੁੱਖਾਂ ਦਾ ਮਾਲਿਕ ਸ਼ੁੱਕਰ, ਝੋਲੀਆਂ ਭਰ ਦੇਣ ਵਾਲਾ, ਇਸ ਵਰੇ ਦਾ ਤਾਜ ਤੁਹਾਡੇ ਸਿਰ ਤੇ ਧਰਨ ਵਾਸਤੇ ਆਇਆ ਜਿਨ੍ਹਾਂ ਦਾ ਜਨਮ ਦਿਨ। ਤੁਸੀਂ ਵੇਖਿਓ ਪੂਰਨ ਨਜ਼ਾਰੇ ਮਿਲਣਗੇ। ਓਮ ਸ਼ੁਕਰਾਏ ਨਮः, ਇਸ ਮੰਤਰ ਦਾ ਜਾਪ ਤੁਹਾਡੇ ਜੀਵਨ ਵਿੱਚ ਰੰਗਤ ਭਰੇਗਾ। ਤੁਹਾਨੂੰ ਇੱਕ ਵਿਸ਼ੇਸ਼ ਗੱਲ ਦੱਸਾਂ, ਈਸ਼ਵਰ ਦਾ ਨਾਮ ਸਰਵੋਤਮ ਹੈ, ਸਭ ਜਾਣਦੇ ਹਨ। ਈਸ਼ਵਰ ਦੀ ਪੂਜਾ, ਈਸ਼ਵਰ ਦਾ ਧਿਆਨ ਸਰਵੋਤਮ ਹੈ। ਈਸ਼ਵਰ ਦੇ ਦਰਸ਼ਨ ਸਰਵੋਤਮ ਹਨ। ਕਿਸੇ ਨੇ ਪੁੱਛਿਆ ਈਸ਼ਵਰ ਹੈ ਕਿੱਥੇ? ਭਲੇ ਮਾਨਸਾ, ਤੂੰ ਸ਼ੀਸ਼ੇ ਦੇ ਸਾਹਮਣੇ ਖੜ ਕੇ ਆਪਣਾ ਅਕਸ ਵੇਖਿਆ ਕਰ। ਤੂੰ ਹੀ, ਤੇਰੇ ਵਿੱਚ ਹੀ ਈਸ਼ਵਰ, ਤੇ ਬੰਦਗੀ ਸ਼ੁਰੂ ਕਰ ਦਿਆ ਕਰ। ਫੇਰ ਵੇਖ ਨਜ਼ਾਰੇ, ਪਰਮ ਸੁਖ ਦੇ ਘੁੱਟ ਪੀ ਸਕੇਗਾ, ਦਾਵਾ ਹੈ ਮੇਰਾ। ਅੱਜ ਦਾ ਦਿਹਾੜਾ ਮੰਗਲਮੈ ਸ਼ਬਦਾਂ ਦੇ ਨਾਲ, ਅੱਜ ਦਾ ਰਾਸ਼ੀਫਲ। ਮੇਖ ਰਾਸ਼ੀ ਦੇ ਸੱਜਣਾਂ ਨੂੰ ਹਰ ਪਕਸ਼ ਤੋਂ ਚੰਗਾ ਨਤੀਜਾ ਮਿਲੇ। ਬ੍ਰਿਖ ਰਾਸ਼ੀ ਦੇ ਸੱਜਣ ਜੈ ਜੈਕਾਰ ਦੇ ਨਾਰਿਆਂ ਨਾਲ ਲੱਦੇ ਜਾਣ। ਮਿਥੁਨ ਰਾਸ਼ੀ ਦੇ ਸੱਜਣਾਂ ਨੂੰ ਪੜੋਸ ਤੋਂ ਪਰੇਸ਼ਾਨੀ ਆ ਸਕਦੀ ਹੈ। ਕਰਕ ਰਾਸ਼ੀ ਦੇ ਸੱਜਣ ਮਾਂ ਦੀ ਸਿਹਤ ਦਾ ਧਿਆਨ ਰੱਖਿਓ। ਸਿੰਘ ਰਾਸ਼ੀ ਦੇ ਸੱਜਣਾਂ ਨੂੰ ਪੀੜਾਂ ਘੇਰਨਗੀਆਂ। ਕੰਨਿਆ ਰਾਸ਼ੀ ਦੇ ਸੱਜਣੋਂ, ਤੁਸੀਂ ਕਿਸੇ ਛੜਯੰਤਰ ਵਿੱਚ ਫਸ ਸਕਦੇ ਹੋ। ਤੁਲਾ ਰਾਸ਼ੀ ਦੇ ਸੱਜਣ ਲਾਈਫ ਪਾਰਟਨਰ ਤੋਂ ਪਰੇਸ਼ਾਨ ਹੋ ਸਕਦੇ। ਬ੍ਰਿਸ਼ਚਿਕ ਰਾਸ਼ੀ ਦੇ ਸੱਜਣਾਂ ਨੂੰ ਅੱਜ ਦੂਰ ਦੁਰਾਡੇ ਤੋਂ ਸੋਹਣੇ ਸੁਨੇਹੇ ਮਿਲਣਗੇ। ਧਨੂ ਰਾਸ਼ੀ ਦੇ ਸੱਜਣ, ਤੁਹਾਡੇ ਪਿਤਾ ਦੀ ਪ੍ਰਮੋਸ਼ਨ ਦਾ ਸੁਨੇਹਾ ਮਿਲਣ ਵਾਲਾ ਹੈ ਤੁਹਾਨੂੰ। ਪਿਤਾ ਦੀ ਪ੍ਰਮੋਸ਼ਨ ਦਾ ਸੁਨੇਹਾ। ਮਕਰ ਰਾਸ਼ੀ ਦੇ ਸੱਜਣਾਂ ਨੂੰ ਕੰਮ ਵਾਲੀ ਜਗ੍ਹਾ ਤੇ ਕੋਈ ਦੌੜ ਭੱਜ ਹੋ ਸਕਦੀ। ਕੁੰਭ ਰਾਸ਼ੀ ਦੇ ਸੱਜਣੋਂ, ਅਚਾਨਕ ਧਨ ਦੇ ਸਤੋਤਰ ਜੁਟਣਗੇ। ਮੀਨ ਰਾਸ਼ੀ ਦੇ ਸੱਜਣ ਵਿਸ਼ੇਸ਼ ਕਿਰਪਾ ਦੇ ਕਾਰਕ ਬਣਨਗੇ। ਕੁੰਭ ਰਾਸ਼ੀ ਦੇ ਸੱਜਣਾਂ ਨੂੰ ਵੀ ਸਮਾਜ ਤੋਂ ਸੋਹਣੇ ਸੁਨੇਹੇ ਮਿਲਣ ਵਾਲੇ ਹਨ। ਨਮਸਕਾਰ। ਚੜ੍ਹਦਾ ਸੂਰਜ ਪ੍ਰੋਗਰਾਮ ਨੂੰ ਤੁਸੀਂ ਵੇਖ ਸਕਦੇ ਹੋ ਸਾਡੇ YouTube ਚੈਨਲ ਐਸਟ੍ਰੋ ਸ਼ੋ ਬਾਈ ਕਮਲਦੀਪ ਤੇ। ਨਾਲ ਹੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ज्योतिष सम्राट कमलदेव जी, 41 अमन पार्क, सामने चुंगी, फिरोजपुर रोड, लुधियाना।